ਨਵੀਂ ਕੈਬਨਿਟ ਦੀ ਪਹਿਲੀ ਮੀਟਿੰਗ ਤੋਂ ਬਾਅਦ ਕੇਂਦਰ ਨੇ ਮੁੜ ਦੁਹਰਾਇਆ, ਨਹੀਂ ਖਤਮ ਹੋਣਗੀਆਂ ਮੰਡੀਆਂ। APMC ਮੰਡੀਆਂ ਦੇ ਲਈ 1 ਲੱਖ ਕਰੋੜ ਰੁਪਏ ਦੀ ਮਦਦ ਦਾ ਐਲਾਨ। ਤੋਮਰ ਬੋਲੇ, ਕਾਨੂੰਨ ਰੱਦ ਕਰਨ ਤੋਂ ਇਲਾਵਾ ਹਰ ਮੰਗ ਦੇ ਉੱਤੇ ਵਿਚਾਰ ਕਰਨ ਦੇ ਲਈ ਹਾਂ ਤਿਆਰ। ਚੜੂਨੀ ਦੇ ਮਿਸ਼ਨ ਪੰਜਾਬ ਵਾਲੇ ਬਿਆਨ ਤੇ ਟਿਕੈਤ ਨੇ ਵੀ ਜਤਾਈ ਅਸਹਿਮਤੀ। ਕਿਸਾਨ ਲੀਡਰਾਂ ਨੂੰ ਗੈਰ ਸਿਆਸੀ ਰਹਿਣ ਦੀ ਅਪੀਲ। ਬੋਲੇ, ਦੇਸ਼ ਨੂੰ ਸਿਆਸੀ ਨਹੀਂ ਬਲਕਿ ਅੰਦੋਲਨਕਾਰੀ ਲੀਡਰਾਂ ਦੀ ਲੋੜ। ਕਾਂਗਰਸ ਦੇ ਕਲੇਸ਼ ਦੇ ਵਿਚਾਲੇ ਸੀਐਮ ਕੈਪਟਨ ਨੇ ਰਾਜੀਵ ਸ਼ੁਕਲਾ ਦੇ ਨਾਲ ਕੀਤਾ ਲੰਚ। ਰਾਜਕੁਮਾਰ ਵੇਰਕਾ ਵੀ ਰਹੇ ਮੌਜੂਦ। ਰਾਜੀਵ ਸ਼ੁਕਲਾ ਬਣਾਏ ਜਾ ਸਕਦੇ ਨੇ ਪੰਜਾਬ ਕਾਂਗਰਸ ਦੇ ਅਗਲੇ ਇੰਚਾਰਜ। ਜਲਦ ਹੋ ਸਕਦਾ ਹੈ ਪੰਜਾਬ ਕੈਬਨਿਟ ਦਾ ਵਿਸਥਾਰ। 2 ਤੋਂ 3 ਨਵੇਂ ਚਿਹਰਿਆਂ ਨੂੰ ਮਿਲ ਸਕਦੀ ਹੈ ਥਾਂ। ਹਿੰਦੂ ਦਲਿਤ ਚਿਹਰੇ ਨੂੰ ਡਿਪਟੀ ਸੀਐਮ ਲਗਾਏ ਜਾਣ ਦੀਆਂ ਵੀ ਚਰਚਾਵਾਂ। ਬਿਨਾਂ ਨਾਮ ਲਈ ਮਨੀਸ਼ ਤਿਵਾੜੀ ਨੇ ਸਿੱਧੂ ਤੇ ਸਾਧਿਆ ਨਿਸ਼ਾਨਾ। ਬੋਲੇ, ਟਵਿੱਟਰ ਦੇ ਜ਼ਰੀਏ ਕੁਝ ਲੋਕ ਆਪਣਾ ਏਜੰਡਾ ਚਲਾਉਣ ਦੀ ਕਰ ਰਹੇ ਨੇ ਕੋਸ਼ਿਸ਼, ਹਾਈ ਕਮਾਨ ਲਵੇ ਐਕਸ਼ਨ। ਗੈਂਗਸਟਰ ਨਰਵਾਣਾ ਦਾ ਕਤਲ ਕਰਨ ਵਾਲੇ ਮੰਨਾ ਦਾ ਕਬੂਲਨਾਮਾ। ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਿਖਿਆ, ਕਿਸੇ ਦੇ ਕਹਿਣ ਦੇ ਉੱਤੇ ਨਹੀਂ ਬਲਕਿ ਨਿੱਜੀ ਰੰਜਿਸ਼ ਕਰਕੇ ਕੀਤਾ ਕਤਲ। ਵਿਰੋਧੀਆਂ ਦੇ ਸਾਹਮਣੇ ਮੈਨੂੰ ਕਿਤੇ ਸੀ ਜ਼ਲੀਲ। ਹਿਮਾਚਲ ਦੇ ਸਾਬਕਾ ਸੀਐਮ ਵੀਰਭਦਰ ਸਿੰਘ ਦੇ ਅੰਤਿਮ ਦਰਸ਼ਨਾਂ ਦੇ ਲਈ ਪਹੁੰਚ ਰਹੀਆਂ ਸਿਆਸੀ ਹਸਤੀਆਂ। ਰਾਹੁਲ ਗਾਂਧੀ ਅਤੇ JP ਨੱਡਾ ਵੀ ਜਾਣਗੇ ਸ਼ਿਮਲਾ। ਸੋਨੀਆ ਗਾਂਧੀ ਨੇ ਸੋਗ ਸੰਦੇਸ਼ ਭੇਜ ਕੇ ਜਿਤਾਇਆ। ਸੂਬੇ 'ਚ ਬਿਜਲੀ ਸੰਕਟ ਦੇ ਵਿਚਾਲੇ ਬੰਦ ਹੋਈ ਰੋਪੜ ਥਰਮਲ ਪਲਾਂਟ ਦੀ 3 ਨੰਬਰ ਯੂਨਿਟ। ਬੋਇਲਰ ਟਿਊਬ ਦੇ ਵਿੱਚ ਲੀਕੇਜ ਕਰਕੇ 48 ਘੰਟਿਆਂ ਤੱਕ ਠੱਪ ਰਹੇਗਾ ਕੰਮ। ਤੇ ਪੰਜਾਬੀਆਂ ਨੂੰ ਤਪਦੀ ਗਰਮੀ ਤੋਂ ਜਲਦ ਮਿਲ ਸਕਦੀ ਹੈ ਰਾਹਤ। ਸ਼ਨੀਵਾਰ ਨੂੰ ਸੂਬੇ 'ਚ ਦਸਤਕ ਦੇਵੇਗਾ ਮੌਨਸੂਨ। ਬਿਜਲੀ ਕੱਟਾਂ ਦੇ ਵਿਚਾਲੇ 40 ਤੋਂ ਪਾਰ ਪਹੁੰਚਿਆ ਹੋਇਆ ਹੈ ਪਾਰਾ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਇਸ ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਹੋਵੇਗੀ ਕਿਸਾਨਾਂ ਦੀ। ਇਸ ਸਮੇਂ ਸਭ ਦੇ ਜ਼ਿਹਨ ਦੇ ਵਿੱਚ ਇੱਕ ਸਵਾਲ ਜ਼ਰੂਰ ਹੈ ਕਿ ਕਿਸਾਨ ਜਥੇਬੰਦੀਆਂ ਕਿ 2022 ਦੀਆਂ ਚੋਣਾਂ ਲੜਨਗੀਆਂ ਪੰਜਾਬ ਦੇ ਵਿੱਚ ਜੋ ਹੋਣ ਜਾ ਰਹੀਆਂ ਨੇ, ਜਾਂ ਫਿਰ ਉਹਨਾਂ ਦੀ ਕੀ ਭੂਮਿਕਾ ਹੋਵੇਗੀ। ਪਰ ਇਸ ਸਭ ਦੇ ਵਿਚਾਲੇ ਗੁਰਨਾਮ ਸਿੰਘ ਚੜੂਨੀ ਦੀ ਇੱਕ ਸਟੇਟਮੈਂਟ ਜਿਸ ਨੇ ਜ਼ਰੂਰ ਸਿਆਸੀ ਬਵਾਲ ਲਿਆ ਦਿੱਤਾ। ਚੜੂਨੀ ਨੇ ਸਲਾਹ ਦਿੱਤੀ ਸਾਥੀ ਜਥੇਬੰਦੀਆਂ ਦੇ ਆਗੂਆਂ ਨੂੰ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਲੜੋ, ਪੰਜਾਬ ਦੇ ਵਿੱਚ ਚੋਣ ਮਿਸ਼ਨ ਦੇ ਉੱਤੇ ਜਾਓ। ਪਰ ਚੜੂਨੀ ਦੇ ਬਿਆਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਹੁਣ ਕਿਨਾਰਾ ਕਰ ਰਹੀਆਂ ਨੇ। ਚੜੂਨੀ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਹੈ ਟਿਕੈਤ ਅਤੇ ਰਾਜੇਵਾਲ ਤੇ ਰਾਕੇਸ਼ ਟਿਕੈਤ ਦਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਚੋਣ ਲੜਨ ਬਾਰੇ ਗੁਰਨਾਮ ਚੜੂਨੀ ਦਾ ਨਿੱਜੀ ਬਿਆਨ ਹੈ। ਫਿਲਹਾਲ ਦੇਸ਼ ਨੂੰ ਸਿਆਸੀ ਨਹੀਂ ਅੰਦੋਲਨਕਾਰੀ ਆਗੂਆਂ ਦੀ ਜ਼ਰੂਰਤ ਹੈ। ਚੜੂਨੀ ਦੇ ਉੱਤੇ ਰਾਜੇਵਾਲ ਤਾਂ ਤਿੱਖੇ ਸ਼ਬਦੀ ਹਮਲੇ ਵੀ ਕਰਦੇ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਕਿ ਚੜੂਨੀ ਨੂੰ ਸੋਚ ਸਮਝ ਕੇ ਜ਼ਿੰਮੇਵਾਰੀ ਦੇ ਨਾਲ ਬੋਲਣਾ ਚਾਹੀਦਾ ਹੈ। ਚੜੂਨੀ ਨੂੰ ਹੋਸ਼ੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। अगर हमने व्यवस्था परिवर्तन चाहिए तो फिर हमें एक प्लान बनाना पड़ेगा, बड़े प्लान से काम करना पड़ेगा। प्लान बनाइए मिशन पंजाब। अगर वो पंजाब में चुनाव में उतर जाएं और पंजाब की सत्ता अपने हाथ में ले लें, अगर हम पंजाब में एक सैंपल एक मॉडल तैयार कर दें कि हाँ सरकार तो ऐसे चलती है, और वो सैंपल पूरे देश के अंदर जाए। ਚੜੂਨੀ ਦੀ ਇਹ ਚੋਣ ਸਲਾਹ ਖੁਦ ਆਪਣਿਆਂ ਨੂੰ ਹੀ ਨਾਗਵਾਰ ਗੁਜ਼ਰ ਰਹੀ ਹੈ। ਦਿੱਲੀ ਦੀ ਸਰਹੱਦ ਤੇ ਸਰਕਾਰ ਨਾਲ ਮੁਕਾਬਲਾ ਕਰ ਰਹੇ ਚੜੂਨੀ ਦੇ ਸਾਥੀ ਕਿਸਾਨ ਕਹਿੰਦੇ ਨੇ ਕਿ ਸਿਆਸਤ ਤੋਂ ਤਾਂ ਨਾ ਪਹਿਲਾਂ ਵਾਸਤਾ ਸੀ ਨਾ ਅੱਗੇ ਹੋਵੇਗਾ। ਚੜੂਨੀ ਨੇ ਜੋ ਕਿਹਾ ਉਹ ਖੁਦ ਦੇ ਖਿਆਲ ਸਨ, ਖੁਦ ਦੇ ਜਜ਼ਬਾਤ ਸੀ। पता नहीं, तो पंजाब के लोगों का होगा या फिर गुरनाम का संयुक्त मोर्चे का फैसला तो नहीं है। अभी शादी हो जाए, गुरनाम सिंह की सोच हो सकती है। ਇਕੱਲੇ ਟਿਕੈਤ ਨਹੀਂ ਜੇ ਚੜੂਨੀ ਦੇ ਖਿਆਲਾਂ ਦੇ ਨਾਲ ਇਤਿਫਾਕ ਨਹੀਂ ਰੱਖਦੇ ਬਲਕਿ ਅੰਦੋਲਨ ਦੇ ਥਿੰਕ ਟੈਂਕ ਬਲਬੀਰ ਸਿੰਘ ਰਾਜੇਵਾਲ ਵੀ ਚੋਣ ਮਸ਼ਵਰੇ ਨੂੰ ਖਾਰਿਜ ਕਰ ਰਹੇ ਨੇ। ਦੇਖੋ, ਜਥੇਬੰਦੀਆਂ ਨੇ ਕੋਈ ਫੈਸਲਾ ਨਹੀਂ ਕੀਤਾ। ਗੁਰਨਾਮ ਸਿੰਘ ਚੜੂਨੀ ਦੀ ਉਹ ਨਿੱਜੀ ਰਾਏ ਹੋ ਸਕਦੀ ਹੈ, ਪਰ ਮੈਂ ਸਮਝਦਾ ਵੀ ਉਹਨੂੰ ਇੰਨੀ ਹੋਛੀ ਗੱਲ ਕਰਨੀ ਨਹੀਂ ਚਾਹੀਦੀ। ਕਿਸਾਨ ਆਗੂਆਂ ਦੇ ਵੱਲੋਂ ਹੁਣ ਤੱਕ ਅੰਦੋਲਨ ਨੂੰ ਗੈਰ ਸਿਆਸੀ ਰੱਖਣ ਦੀ ਕੋਸ਼ਿਸ਼ ਰਹੀ ਹੈ, ਪਰ ਇਸ ਦਾ ਕੋਈ ਖਾਸਾ ਫਾਇਦਾ ਮਿਲਦਾ ਨਜ਼ਰ ਨਹੀਂ ਆਇਆ।
ਕਿਉਂਕਿ ਕੇਂਦਰ ਹੁਣ ਵੀ ਖੇਤੀ ਕਾਨੂੰਨਾਂ ਨੂੰ ਲੈ ਕੇ ਆਪਣੇ ਰੁਖ ਦੇ ਉੱਤੇ ਕਾਇਮ ਹੈ ਅਤੇ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਅੰਦੋਲਨ ਜਾਰੀ ਹੈ। ਅਜਿਹੇ 'ਚ ਪੰਜਾਬ ਦੀਆਂ ਚੋਣਾਂ ਤੋਂ ਠੀਕ ਪਹਿਲਾਂ ਚੜੂਨੀ ਦਾ ਇਸ ਤਰ੍ਹਾਂ ਸਾਥੀ ਆਗੂਆਂ ਨੂੰ ਚੋਣ ਲੜਨ ਦੀ ਸਲਾਹ ਦੇਣਾ ਮਹਿਜ਼ ਇੱਕ ਇਤਫਾਕ ਹੈ ਜਾਂ ਵਾਕਈ 'ਚ ਕੋਈ ਚੋਣ ਰਣਨੀਤੀ ਜਨਮ ਲੈ ਰਹੀ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਕਿ ਚੋਣ ਵਾਲੇ ਪਾਸੇ ਜਾਣਗੀਆਂ ਜਥੇਬੰਦੀਆਂ ਜਾਂ ਨਹੀਂ, ਇਹ ਸਵਾਲ ਜ਼ਰੂਰ ਹੈ। ਪਰ ਇਸ ਸਭ ਦੇ ਵਿਚਾਲੇ ਫਿਲਹਾਲ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਆਗੂ ਨੇ ਉਹ ਜ਼ਰੂਰ ਇਸ ਤੋਂ ਕਿਨਾਰਾ ਕਰ ਰਹੇ ਨੇ ਚੜੂਨੀ ਦੇ ਬਿਆਨ ਤੋਂ। ਪਰ ਅੱਗੇ ਵਧਦੇ ਹਾਂ ਤੇ ਗੱਲ ਕੇਂਦਰ ਦੀ ਸਰਕਾਰ ਦੀ ਕਰਾਂਗੇ। ਖੇਤੀ ਕਾਨੂੰਨਾਂ ਦੇ ਉੱਤੇ ਦੇਸ਼ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਇੱਕ ਵਾਰ ਫਿਰ ਤੋਂ ਬਿਆਨ ਸਾਹਮਣੇ ਆਇਆ ਤੇ ਆਪਣਾ ਸਟੈਂਡ ਦੁਹਰਾਉਂਦੇ ਹੋਏ ਨਜ਼ਰ ਆ ਰਹੇ ਨੇ। ਤੇ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਦੇ ਨੁਮਾਇੰਦੇ ਕਹਿ ਰਹੇ ਨੇ ਕਿ ਕਾਨੂੰਨ ਰੱਦ ਕਰਨ ਤੋਂ ਇਲਾਵਾ ਜੇਕਰ ਕੋਈ ਹੋਰ ਪ੍ਰਸਤਾਵ ਹੈ ਤਾਂ ਆਓ ਉਸ ਦੇ ਉੱਤੇ ਗੱਲਬਾਤ ਕਰੀਏ। ਉਹ ਪ੍ਰਸਤਾਵ ਲੈ ਕੇ ਆਣ ਜੋ ਕਾਨੂੰਨ ਰੱਦ ਕਰਨ ਤੋਂ ਇਲਾਵਾ ਕੋਈ ਹੋਰ ਪ੍ਰਸਤਾਵ ਹੈ। ਸਰਕਾਰ ਹੋਰ ਪ੍ਰਸਤਾਵ ਦੇ ਉੱਤੇ ਵਿਚਾਰ ਕਰਨ ਦੇ ਲਈ ਤਿਆਰ ਹੈ। ਕਿਸਾਨਾਂ ਨੂੰ ਅੰਦੋਲਨ ਸਮਾਪਤ ਕਰਨ ਦੀ ਵੀ ਅਪੀਲ ਉਹਨਾਂ ਨੇ ਕੀਤੀ। ਕਿਸਾਨ ਨੂੰ ਆਤਮ ਨਿਰਭਰ ਬਣਾਉਣਾ ਸਾਡਾ ਮਕਸਦ ਹੈ, ਇਹ ਵੀ ਕਿਹਾ। ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਸੰਵੇਦਨਸ਼ੀਲ ਰਸਤਾ ਅਪਣਾਇਆ ਹੈ। ਕਿਸਾਨ ਖੇਤੀ ਕਾਨੂੰਨਾਂ ਦੇ ਮਹੱਤਵ ਨੂੰ ਸਮਝਣ, ਮੰਡੀਆਂ ਨੂੰ ਅਸੀਂ ਮਜ਼ਬੂਤ ਕਰ ਰਹੇ ਹਾਂ। 1 ਲੱਖ ਕਰੋੜ ਮੰਡੀਆਂ ਦੇ ਜ਼ਰੀਏ ਕਿਸਾਨਾਂ ਤੱਕ ਪਹੁੰਚੇਗਾ, ਇਹ ਵੀ ਦਾਅਵਾ ਕੀਤਾ ਗਿਆ। ਕੇਂਦਰੀ ਕੈਬਨਿਟ ਦੀ ਮੀਟਿੰਗ ਸੀ ਤੇ ਉਸ ਤੋਂ ਬਾਅਦ ਬਰੀਫ ਕਰ ਰਹੇ ਸੀ ਨਰਿੰਦਰ ਸਿੰਘ ਤੋਮਰ, ਉਹਨਾਂ ਦੇ ਵੱਲੋਂ ਜ਼ਿਕਰ ਕੀਤਾ। जुड़े हुए मित्रों को भी कहना चाहता हूँ, आमतौर पर ये कहा जाता है कि नए कानून आए उससे एपीएमसी ख़त्म हो जाएगी। आप सबके ध्यान में है कि भारत सरकार ने जो कुछ भी समय समय पर कहा है उसको करने का सदप्रयत्न किया है और जो घोषणा बजट में भारत सरकार की होती हैं उनको भी क्रमशः हम पूरा करते हैं। जब इस बार बजट आया था तो ये कहा गया था कि मंडियां समाप्त नहीं होंगी, मंडियों को और मजबूत किया जाएगा, मंडियों को और संसाधन मिले इस दृष्टि से प्रयत्न किया जाएगा और जो कृषि अवसंरचना फंड 1 लाख करोड़ रुपए का आत्मनिर्भर भारत के अंतर्गत प्रावधान किया गया है, उस 1 लाख करोड़ के फंड का उपयोग ये एपीएमसी कर सकेंगी। किसान आंदोलन से संबंधित जो यूनियन हैं उनको मैंने एक बार नहीं अनेक बार यह कहा है कि कानून को रिपील करने के अतिरिक्त कोई भी प्रस्ताव वो लेकर हमारे पास आएं, हम उस प्रस्ताव पर चर्चा करने के लिए तैयार हैं। ਫਿਰ ਕਿਸਾਨਾਂ ਦਾ ਜ਼ਿਕਰ ਹੋ ਰਿਹਾ ਤੇ ਇਸ ਸਭ ਦੇ ਵਿਚਾਲੇ ਝੋਨੇ ਦੀ ਫਸਲ ਦਾ ਵੀ ਅਸੀਂ ਜ਼ਿਕਰ ਕਰਾਂਗੇ ਕਿਉਂਕਿ ਗਰਮੀ ਜ਼ਬਰਦਸਤ ਇਸ ਸਮੇਂ ਪੰਜਾਬ ਸਣੇ ਉੱਤਰ ਭਾਰਤ ਦੇ ਵਿੱਚ ਪੈ ਰਹੀ ਹੈ ਤੇ ਝੋਨੇ ਦੇ ਸੀਜ਼ਨ ਦੇ ਵਿਚਾਲੇ ਇੰਤਜ਼ਾਰ ਹੈ ਬਰਸਾਤ ਦਾ। ਪੰਜਾਬੀਆਂ ਦੇ ਲਈ ਗਰਮੀ ਤੋਂ ਰਾਹਤ ਵਾਲੀ ਖਬਰ ਇਹ ਹੈ ਕਿ ਜਲਦ ਅਗਲੇ 24 ਘੰਟਿਆਂ ਦੇ ਵਿੱਚ ਤੁਹਾਨੂੰ ਗਰਮੀ ਤੋਂ ਰਾਹਤ ਮਿਲੇਗੀ। ਦੋ ਤਸਵੀਰਾਂ ਕਿਉਂਕਿ ਅਗਲੇ 24 ਜਾਂ 36 ਘੰਟਿਆਂ ਦੇ ਵਿੱਚ ਇੱਕ ਪਾਸੇ ਗਰਮੀ ਤੋਂ ਰਾਹਤ ਹੋਏਗੀ ਲੋਕਾਂ ਨੂੰ ਜੋ ਜ਼ਬਰਦਸਤ ਪਾਰੇ ਦੇ ਵਿੱਚ ਝੁਲਸਦੀ ਗਰਮੀ ਦੇ ਵਿੱਚ ਦਿੱਕਤ ਮਹਿਸੂਸ ਕਰ ਰਹੇ ਨੇ ਤੇ ਦੂਜੇ ਪਾਸੇ ਕਿਸਾਨਾਂ ਦੇ ਲਈ ਵੀ ਰਾਹਤ ਭਰੀ ਖਬਰ ਕਿ ਅਗਲੇ 24 ਤੋਂ 36 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੇਘ ਖੂਬ ਬਰਸਣਗੇ ਤੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਰਸਾਤ ਦਾ ਅਨੁਮਾਨ ਲਗਾਇਆ ਗਿਆ ਹੈ। ਮੌਸਮ ਵਿਭਾਗ ਦੇ ਵੱਲੋਂ 10 ਜੁਲਾਈ ਨੂੰ ਮੌਨਸੂਨ ਦੇ ਪੰਜਾਬ ਪਹੁੰਚਣ ਦੀ ਉਮੀਦ ਹੈ। सिंह जी, जिस तरह से आपने बताया कि मानसून जो है वो लेट नहीं, बहुत लेट है, कारण क्या है? देखिए, जहाँ तक मानसून की बात है भारत में जो मानसून आता है यूजुअली 1 जून को आ जाता है, लेकिन इस पर 2 दिन लेट से आया, 3 जून को आया और 3 जून के बाद ये अपनी यूजुअल स्पीड से चल रहा था। यूजुअल स्पीड से चल रहा था और उसके बाद क्या होता है कि बे ऑफ बंगाल में एक लो स्टेब्लिश होता है और लो स्टेब्लिश होता है और फिर वहाँ से मानसून ईस्टर्ली की ओर आगे बढ़ना शुरू करता है। तो वो भी लो स्टेब्लिश टाइमली हुआ, 11 जून को हुआ
और उसके बाद लो एस्टेब्लिश हुआ। उसके बाद जब मॉइस्ट वेयर आगे बढ़ना शुरू करता है तो मानसून आगे बढ़ जाता है। लेकिन उस समय जो लो एस्टेब्लिश हुआ था, वो लो एस्टेब्लिश जो हुआ था वो मैक्सिमम आपको बिहार और ईस्टर्न यूपी में शिफ्ट कर गया। और मानसून जो है इधर आया 13 जून के आसपास, लेकिन नॉर्थ पार्ट ऑफ पंजाब में आया। और उसके बाद इस तरह से स्टेगनेंसी आ गई। लेकिन अभी खुशी की बात है कि अभी मॉइस्ट एयर फिर से एस्टेब्लिश हो गया है और एक्सपेक्टेड है कि परसों तक इधर सम पार्ट्स ऑफ पंजाब और हरियाणा में आपको मानसून आ जाएंगे। और उसके बाद 11 तक मतलब कि पंजाब और हरियाणा पूरी तरह से आ जाने की संभावना है। तो हम एक्सपेक्ट करते हैं कि 10 तारीख को पंजाब और हरियाणा के पार्ट में मानसून तो आ ही जाएगा। जैसे आपका ये ग्राफ बता रहा है, कोशिश करेंगे हम दिखाने की कि ये जो ग्राफ आपका बता रहा है काफी जो टेम्परेचर है 40, 41, 41.9, 42, 44 तक भी गया है सर। गुड़गांव में सर 44 तक गया है। हाँ, ये क्या है, एक हीट वेव का कंडीशन का एक ये है, एक क्राइटेरिया है। हमारे क्राइटेरिया के अनुसार, हमारे मेटीरियोलॉजी के क्राइटेरिया के अनुसार, जब आपको टेम्परेचर जो होता है वो नॉर्मल टेम्परेचर से 4.5 डिग्री ज़्यादा होता है और 40 प्लस हो जाए तो हम उसको हीट वेव कंडीशन बोलते हैं। तो आप इस तरीका से देख रहे हैं कि तो यानी कि सारे 40 प्लस ही हैं हाँ, सभी जगह 40 प्लस ही हैं। और डिफरेंस भी नॉर्मल क्लाइमेटोलॉजिकल टेम्परेचर है उससे 4.5 डिग्री से ज़्यादा है। इसलिए अभी हीट वेव कंडीशन है। और जब 6.5 डिग्री हो जाता है तो उसको एक्सट्रीम हीट वेव बोलते हैं, जो कि आपको चंडीगढ़ एयरपोर्ट पर है, आपको गुड़गांव में है, यहाँ पर तो से टेम्परेचर डाउन होना, थोड़ी राहत जरूर मिलेगी लोगों को। हाँ, थोड़ी राहत मिलने की बिल्कुल 10 से यानी कि मानसून की है एक्सेप्टेशन की। हमारा जो भी आपको मॉडल दिखा रहा है उसके अनुसार 10 को सम पार्ट्स ऑफ पंजाब और हरियाणा में आ जाएगा और 11 तक फुल्ली आ जाने की संभावना है। तो उसमें किस तरह की संभावना है? बारिश तेज होगी या उस तरह की? बारिश 10 को अभी 9 और 10 को तो पॉकेट्स में बारिश होगी, छोटे छोटे आइसोलेटेड प्लेस पर आपको बारिश होने की संभावना। लेकिन 11 तारीख से आपको संभावना है कि फेयरली वाइड स्प्रेड और वाइड स्प्रेड आपको रेन शुरू हो जाएगा पंजाब और हरियाणा में। ਤਾਂ ਬਰਸਾਤ ਦਾ ਇੰਤਜ਼ਾਰ ਹੋ ਰਿਹਾ। ਇਸ ਵਿਚਾਲੇ ਚੰਗੀ ਖਬਰ ਇਹੀ ਹੈ ਕਿ ਸ਼ਨੀ ਮੌਸਮ ਦੇ ਪਹੁੰਚਣ ਦੀ ਉਮੀਦ ਹੈ ਤੇ ਜਲਦੀ ਪੂਰੇ ਪੰਜਾਬ ਦੇ ਵਿੱਚ ਬਰਸਾਤ ਪੈਂਦੀ ਹੋਈ ਨਜ਼ਰ ਆਏਗੀ। ਇੱਕ ਰਾਹਤ ਗਰਮੀ ਤੋਂ ਤੇ ਦੂਜੇ ਪਾਸੇ ਕਿਸਾਨਾਂ ਦੇ ਲਈ ਵੀ ਰਾਹਤ ਭਰੀ ਖਬਰ ਹੈ। ਪਰ ਇਸ ਸਭ ਦੇ ਵਿਚਾਲੇ ਖਬਰ ਬਿਜਲੀ ਜੁੜੀ ਹੋਈ। ਜੇ ਪੰਜਾਬ ਦੇ ਵਿੱਚ ਇਸ ਸਮੇਂ ਬਿਜਲੀ ਸੰਕਟ ਦੇ ਨਾਲ 2-4 ਲੋਕ ਹੋ ਰਹੇ ਨੇ ਤੇ ਬਿਜਲੀ ਸੰਕਟ ਦੇ ਨਾਲ ਜੁੜੀ ਵੱਡੀ ਖਬਰ ਅੱਜ ਦੇ ਦਿੰਦੀ ਹੈ ਕਿ ਰੋਪੜ ਪਲਾਂਟ ਦਾ 3 ਨੰਬਰ ਯੂਨਿਟ ਵੀ ਬੰਦ ਹੋ ਗਿਆ ਹੈ। ਬੋਇਲਰ ਟਿਊਬ ਦੇ ਵਿੱਚ ਲੀਕੇਜ ਕਰਕੇ ਪਲਾਂਟ ਬੰਦ ਹੋਇਆ। 48 ਘੰਟਿਆਂ ਤੱਕ ਜਿਹੜੀ 3 ਨੰਬਰ ਯੂਨਿਟ ਆ ਉਹ ਨਹੀਂ ਚੱਲ ਸਕੇਗੀ। ਇਸ ਦੀ ਵਜ੍ਹਾ ਇਹ ਹੈ ਕਿ ਜਿਹੜੇ ਬੋਇਲਰਸ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਉਹ ਬੜੇ ਹਾਈ ਟੈਂਪਰੇਚਰ ਦੇ ਉੱਤੇ ਕੰਮ ਕਰਦੇ ਨੇ ਤੇ ਉਹਨਾਂ ਨੂੰ ਠੰਡੇ ਹੋਣ ਦੇ ਵਿੱਚ ਹੀ 20-22 ਘੰਟੇ ਲੱਗਦੇ ਨੇ, ਯਾਨੀ ਕਿ ਕਰੀਬ 1 ਦਿਨ। ਤੇ ਹੁਣ ਇਹੀ ਜਾਣਕਾਰੀ ਮਿਲ ਰਹੀ ਹੈ ਕਿ 24 ਤੋਂ 48 ਘੰਟਿਆਂ ਬਾਅਦ ਹੀ 3rd ਯੂਨਿਟ ਜਿਹੜਾ ਹੈਗਾ ਉਹ ਚੱਲ ਸਕੇਗਾ। ਉਧਰ ਇੰਡਸਟਰੀ ਦੇ ਉੱਤੇ ਬਿਜਲੀ ਕੱਟ ਦਾ ਅਸਰ ਪੈ ਰਿਹਾ ਹੈ। ਜੋ ਕਟੌਤੀ ਕੀਤੀ ਗਈ ਹੈ ਉਸ ਕਰਕੇ ਬਿਜਲੀ ਦੀ ਕਟੌਤੀ ਦੀ ਵਜ੍ਹਾ ਨਾਲ ਉਦਯੋਗਿਕ ਇਕਾਈਆਂ ਦੇ ਨੁਮਾਇੰਦੇ ਪਰੇਸ਼ਾਨ ਨੇ। PACL ਤੇ ਵੀ ਬਿਜਲੀ ਦੀ ਸੰਕਟ ਦਾ ਮਾਰ ਪਈ ਹੈ ਤੇ 350 ਟਨ ਦੇ ਮੁਕਾਬਲੇ 80 ਤੋਂ 85% ਟਨ ਉਤਪਾਦਨ ਹੋਇਆ ਤੇ ਜਿਹੜੇ ਨੁਮਾਇੰਦੇ ਨੇ ਉਹ ਕਹਿ ਰਹੇ ਨੇ ਕਿ ਸਾਡੇ ਕੋਲ ਜਿਹੜੀ ਬਿਜਲੀ ਹੈ ਉਹ ਸਿਰਫ 30% ਦੀ ਪਹੁੰਚ ਰਹੀ ਹੈ। ਹੁਣ ਜਿੱਦਾਂ ਕਿ ਪੂਰੇ ਪੰਜਾਬ ਦੇ ਵਿੱਚ ਸਰਕਾਰ ਨੇ ਬਿਜਲੀ ਦਾ ਕੱਟ ਲਗਾਇਆ ਹੈ ਤੇ ਸਾਡੀ ਜਿਹੜੀ ਕੰਟਰੈਕਟ ਡਿਮਾਂਡ ਹੈ 40 MVA ਹੈ ਸਾਡਾ, ਤੇ ਸਾਨੂੰ 4 ਤਰੀਕ ਤੋਂ ਜੋ ਕੱਟ ਲੱਗਿਆ ਹੈ ਅਸੀਂ 30% ਬਿਜਲੀ ਅਵੇਲ ਕਰ ਸਕਦੇ ਹਾਂ। ਸਾਨੂੰ 30% ਬਿਜਲੀ ਅਲਾਉ ਕੀਤੀ ਹੈ ਤੇ ਉਹਦੇ ਨਾਲ ਸਾਡਾ ਜਿਹੜਾ ਪ੍ਰੋਡਕਸ਼ਨ ਲੈਵਲ ਹੈ ਜਿਹੜਾ 350 ਹੋਣਾ ਚਾਹੀਦਾ ਸੀਗਾ ਅੱਜ ਦੀ ਡੇਟ 'ਚ, ਉਹ ਅਸੀਂ ਅਪਰੋਕਸੀਮੇਟਲੀ 80-85 ਟਨ ਸਿਰਫ ਬਣਾ ਪਾ ਰਹੇ ਹਾਂ। ਉਹਦੇ ਵਿੱਚ ਇੱਕ ਹੋਰ ਰਿਕੁਆਇਰਮੈਂਟ ਹੈ ਵੀ ਇੱਕ ਸ਼ਾਮੀ 6 ਵਜੇ ਤੋਂ ਲੈ ਕੇ 10 ਵਜੇ ਤੱਕ ਇਹ ਪੀਕ ਲੋਡ ਗਿਣਿਆ ਜਾਂਦਾ ਹੈ। ਉਹ ਪੀਕ ਲੋਡ ਦੇ ਵਿੱਚ ਸਾਡੀ ਪਾਵਰ ਹੋਰ ਘੱਟ ਜਾਂਦੀ ਹੈ ਕਿਉਂਕਿ ਜਿਹੜਾ ਸਾਡਾ ਪੀਕ ਲੋਡ ਦੇ ਵਿੱਚ ਡਿਮਾਂਡ ਹੈ ਉਹ ਹੈਗੀ ਹੈ ਸਾਡੀ 26 MVA। ਉਹ 26 MVA ਦਾ ਵੀ 30% ਹੋ ਜਾਣਾ ਅਤੇ ਮਤਲਬ ਇਫੈਕਟਿਵਲੀ ਇੰਡਸਟਰੀ 'ਚ ਤਾਂ ਪ੍ਰੋਡਕਸ਼ਨ ਤਾਂ ਬਹੁਤ ਹੀ ਲੋਅ ਚੱਲ ਰਹੀ ਹੈ ਸਾਡੀ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਾਂਗੇ। ਗੈਂਗਸਟਰ ਨਰਵਾਣਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ। ਨਰਵਾਣਾ ਦੇ ਕਤਲ ਮਾਮਲੇ ਨਾਲ ਜੁੜੀ ਹੋਈ। ਮੁਲਜ਼ਮ ਮੰਨਾ ਨੇ ਆਪਣਾ ਗੁਨਾਹ ਕਬੂਲਿਆ ਹੈ ਤੇ ਗੁਨਾਹ ਕਬੂਲਣ ਦੇ ਲਈ ਉਸਨੇ ਇਸਤੇਮਾਲ ਕੀਤਾ ਹੈ ਸੋਸ਼ਲ ਮੀਡੀਆ ਦਾ। ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਆਪਣਾ ਗੁਨਾਹ ਕਬੂਲਿਆ ਮੰਨਾ ਨੇ ਤੇ ਕਿਹਾ ਕਿ ਨਿੱਜੀ ਰੰਜਿਸ਼ ਦੀ ਵਜ੍ਹਾ ਦੇ ਨਾਲ ਨਰਵਾਣਾ ਨੂੰ ਉਹਨੇ ਮਾਰਿਆ ਹੈ, ਕਤਲ ਕੀਤਾ ਉਸਦਾ।
ਤੇ ਵਜ੍ਹਾ ਇਹ ਵੀ ਦੱਸੀ ਹੈ ਕਿ ਵਿਰੋਧੀਆਂ ਦੇ ਸਾਹਮਣੇ ਮੈਨੂੰ ਜ਼ਲੀਲ ਕੀਤਾ ਸੀ ਨਰਵਾਣਾ ਨੇ, ਇਸ ਕਰਕੇ ਮੈਂ ਉਸ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਹਿਰਾਸਤ ਦੇ ਵਿੱਚ ਮੰਨਾ, ਇਹ ਵੀ ਤੁਹਾਨੂੰ ਦੱਸ ਦਈਏ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਆਪਣੇ ਕਿਸੇ ਕਰੀਬੀ ਦੇ ਜ਼ਰੀਏ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਉਸ ਦੇ ਵੱਲੋਂ ਪਵਾਈ ਗਈ ਹੈ ਤੇ ਉਸ ਦੇ ਵਿੱਚ ਉਸਨੇ ਜ਼ਿਕਰ ਕੀਤਾ ਗਿਆ ਕਿ ਹਾਂ ਮੈਂ ਕੀਤਾ ਕਤਲ ਤੇ ਇਸ ਦੀ ਵਜ੍ਹਾ ਇਹ ਨਿੱਜੀ ਰੰਜਿਸ਼ ਤੇ ਰੰਜਿਸ਼ ਦੀ, ਕਿਉਂਕਿ ਬਹੁਤ ਸਾਥੀ ਸੀ ਨਰਵਾਣਾ ਦਾ ਮੰਨਾ, ਪਰ ਉਸਨੇ ਹੀ ਕਤਲ ਕਰ ਦਿੱਤਾ ਤੇ ਹੁਣ ਉਸ ਦਾ ਕਹਿਣਾ ਹੈ ਕਿ ਵਿਰੋਧੀਆਂ ਦੇ ਸਾਹਮਣੇ ਮੈਨੂੰ ਜ਼ਲੀਲ ਕੀਤਾ ਸੀ, ਇਸ ਕਰਕੇ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉੱਥੇ ਤਲਵੰਡੀ ਸਾਬੋ ਦੇ ਵਿੱਚ ਇਹਨਾਂ ਦਾ ਮੰਨੇ ਦਾ ਕਿਸੇ ਦੇ ਨਾਲ ਕੋਈ ਸਿਵਲ ਵਰਕਸ ਨੂੰ ਲੈ ਕੇ ਜਾਂ ਕੋਈ ਉੱਥੇ ਮਾਮੂਲੀ ਜਾਂ ਕੋਈ ਝਗੜਾ ਸੀ, ਉਹਨੂੰ ਲੈ ਕੇ ਇਹਨਾਂ ਦਾ ਆਪਸ 'ਚ ਤਕਰਾਰਬਾਜ਼ੀ ਚੱਲ ਰਹੀ ਸੀਗੀ। ਫੇਸਬੁੱਕ ਤੇ ਵੀ ਕਾਫੀ ਇੱਕ ਦੂਜੇ ਦੇ ਅਗੇਂਸਟ ਕਮੈਂਟਸ ਕੀਤੇ ਸੀਗੇ ਤੇ ਉਸ ਝਗੜੇ ਨੂੰ ਸੁਲਝਾਉਣ ਖਾਤਰ ਜੋ ਹੁਣ ਤੱਕ ਜਿਹੜਾ ਅਕਿਊਜ਼ ਅਸੀਂ ਫੜਿਆ ਹੈਗਾ ਉਹਦੀ ਪੁੱਛਗਿੱਛ ਤੋਂ ਸਾਹਮਣੇ ਆਇਆ ਵੀ ਉਸ ਝਗੜੇ ਨੂੰ ਸੁਲਝਾਉਣ ਵਾਸਤੇ ਕੁਲਬੀਰ, ਕਿਉਂਕਿ ਕੁਲਬੀਰ ਨਰਵਾਣੇ ਦੇ ਦੋਨੇ ਜਾਣੂ ਸਨ ਅਤੇ ਕਰੀਬੀ ਸਨ ਤੇ ਉਹ ਚਾਹੁੰਦਾ ਸੀ ਵੀ ਇਹਨਾਂ ਦਾ ਬਹਿ ਕੇ ਫੈਸਲਾ ਹੋ ਜੇ। ਤੇ ਮਰਡਰ ਤੋਂ ਇੱਕ ਦਿਨ ਪਹਿਲਾਂ ਕੁਲਬੀਰ ਨੇ ਇਹਨੂੰ ਮਨਪ੍ਰੀਤ ਮੰਨੇ ਨੂੰ ਬੁਲਾਇਆ ਸੀਗਾ ਆਪਣੇ ਕੋਲ ਤੇ ਉੱਥੇ ਕਿਹਾ ਸੀਗਾ ਵੀ ਰਾਜੀਨਾਮਾ ਹੋ ਜਾਏ। ਉੱਥੇ ਉਹਨਾਂ ਦਾ ਕੁਝ ਕਿਸੇ ਗੱਲੋਂ ਤਕਰਾਰਬਾਜ਼ੀ ਹੋਈ ਜੋ ਮੰਨੇ ਨੂੰ ਅੱਛੀ ਨਹੀਂ ਲੱਗੀ, ਜੋ ਉਹਦੇ ਦਿਲ ਦੇ ਅੰਦਰ ਘਰ ਕਰ ਗਈ, ਕਿਸੇ ਗੱਲ ਤੋਂ ਹਰਟ ਹੋ ਗਿਆ ਤੇ ਜਿਸ ਕਰਕੇ ਇਹ ਸਾਰਾ ਵਕੂਆ ਹੋਇਆ। ਫੇਸਬੁੱਕ ਪੋਸਟ ਦੇ ਉੱਤੇ ਕੀ ਕੁਝ ਲਿਖਿਆ ਗਿਆ ਮੰਨਾ ਦੇ ਵੱਲੋਂ ਜਾਂ ਉਸਦੇ ਕਰੀਬੀ ਦੇ ਵੱਲੋਂ ਮੰਨਾ ਦੇ ਬਿਹਾਫ ਦੇ ਉੱਤੇ, ਉਹ ਵੀ ਤੁਹਾਨੂੰ ਦੱਸਦੇ ਹਾਂ। ਉਸਨੇ ਆਪਣੀ ਫੇਸਬੁੱਕ ਪੋਸਟ ਦੇ ਉੱਤੇ ਲਿਖਿਆ ਹੈ ਕਿ ਕੁਲਬੀਰ ਨਰਵਾਣਾ ਜਿਸ ਦਾ ਕਤਲ ਹੋਇਆ ਉਸ ਦੀ ਮੈਂ ਜ਼ਿੰਮੇਵਾਰੀ ਲੈਂਦਾ ਹਾਂ। ਕੁਲਬੀਰ ਮੇਰਾ ਪੁਰਾਣਾ ਦੋਸਤ ਸੀ ਅਤੇ ਮੈਂ ਵੀ ਕੁਲਬੀਰ ਦੇ ਲਈ ਬਹੁਤ ਮਾੜਾ ਸਮਾਂ ਦੇਖਿਆ, ਪਰ ਇਸ ਬੰਦੇ ਨੇ ਸਿਰਫ ਕੁਝ ਪੈਸਿਆਂ ਦੇ ਠੇਕੇ ਦੇ ਝਗੜੇ ਦੇ ਵਿੱਚ ਮੇਰੇ ਵਿਰੋਧੀਆਂ ਸਾਹਮਣੇ ਮੈਨੂੰ ਜ਼ਲੀਲ ਕੀਤਾ। ਨਰਵਾਣਾ ਮੇਰੇ ਤੋਂ ਸੜਦਾ ਸੀ ਕਿਉਂਕਿ ਮੇਰੀ ਪਿਛਲੇ ਕਾਫੀ ਸਮੇਂ ਤੋਂ ਭਰਾ ਗੋਲਡੀ ਬਰਾੜ ਦੇ ਨਾਲ ਦੋਸਤੀ ਹੋ ਗਈ ਅਤੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਲ ਜ਼ਿਆਦਾ ਨਜ਼ਦੀਕੀਆਂ ਹੋ ਗਈਆਂ, ਇਸ ਲਈ ਇਸ ਨੂੰ ਬਰਦਾਸ਼ਤ ਨਹੀਂ ਸੀ। ਮੈਂ ਇੱਕ ਗੱਲ ਹੋਰ ਸਪਸ਼ਟ ਕਰਦਾ ਕਿ ਮੈਂ ਲਾਰੈਂਸ ਬਿਸ਼ਨੋਈ ਗਰੁੱਪ ਦਾ ਹਿੱਸਾ ਹਾਂ, ਹੋਰ ਕਿਸੇ ਨਾਲ ਮੇਰਾ ਲੈਣਾ ਦੇਣਾ ਨਹੀਂ ਹੈ। ਮੈਂ ਕੁਲਬੀਰ ਨੂੰ ਸਿਰਫ ਆਪਣੀ ਨਿੱਜੀ ਰੰਜਿਸ਼ ਕਰਕੇ ਮਾਰਿਆ, ਨਾ ਕਿ ਕਿਸੇ ਦੇ ਕਹਿਣ ਦੇ ਉੱਤੇ। ਹੁਣ ਅਗਲੀ ਖਬਰ ਗੜਸ਼ੰਕਰ ਤੋਂ। ਜਨਤਕ ਥਾਵਾਂ ਦੇ ਉੱਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਨੇ। ਜੀ ਹਾਂ, ਇੱਕ ਵਾਰ ਫਿਰ ਤੋਂ ਇਸ ਤਰੀਕੇ ਦੀ ਖਬਰ ਸਾਹਮਣੇ ਆਈ ਹੈ। ਅੱਧਾ ਦਰਜਨ ਥਾਵਾਂ ਦੇ ਉੱਤੇ ਇਹ ਨਾਅਰੇ ਲਿਖੇ ਪਾਏ ਗਏ। ਪੁਲਿਸ ਨੇ ਫੌਰਨ ਨਾਅਰਿਆਂ ਨੂੰ ਮਿਟਵਾ ਜ਼ਰੂਰ ਦਿੱਤਾ, ਪਰ ਹੁਣ ਨਾਲ ਹੀ ਪੁਲਿਸ ਜਾਂਚ ਵੀ ਕਰ ਰਹੀ ਹੈ ਕਿ ਕਿਸ ਦੇ ਵੱਲੋਂ ਇਹ ਨਾਅਰੇ ਲਿਖੇ ਗਏ ਸਨ। ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈਆਂ ਨੇ ਨਾਅਰੇ ਲਿਖਣ ਵਾਲੇ 3 ਲੋਕਾਂ ਦੀਆਂ ਤਸਵੀਰਾਂ। ਪੁਲਿਸ ਇਸ ਪੂਰੇ ਮਾਮਲੇ 'ਚ ਤਫਤੀਸ਼ ਕਰ ਰਹੀ ਹੈ। ਗੜਸ਼ੰਕਰ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ। ਅੱਧਾ ਦਰਜਨ ਥਾਵਾਂ ਦੇ ਉੱਤੇ ਇਸ ਤਰੀਕੇ ਦੇ ਇਹ ਸਲੋਗਨਸ ਲਿਖੇ ਗਏ ਸੀ। ਉਸ ਤੋਂ ਬਾਅਦ ਇਹਨਾਂ ਨੂੰ ਹਟਵਾ ਦਿੱਤਾ ਗਿਆ, ਜਾਂ ਕਹੀਏ ਕਿ ਇਹਨਾਂ ਨੂੰ ਪੁਲਿਸ ਨੇ ਉੱਥੇ ਸਾਫ਼ ਕਰਵਾਇਆ ਤੇ ਹੁਣ ਜਾਂਚ ਜਾਰੀ ਹੈ। ਦੇਖੋ, ਸਭ ਤੋਂ ਪਹਿਲਾਂ ਇਹ ਗੱਲ ਹੈ, ਇਹ ਜਿਹੜਾ ਲਿਖਣਾ, ਸ਼ਰਾਰਤਾਂ ਕਰਨੀਆਂ, ਇਸ ਤਰ੍ਹਾਂ ਦੇ ਕੰਮ ਕਰਨੇ, ਇਹ ਪੂਰੇ ਸਮਾਜ ਦੇ ਵਿੱਚ ਸ਼ੁਰੂ ਤੋਂ ਹੀ ਕੁਝ ਸ਼ਰਾਰਤੀ ਅੰਸਰ ਰਹੇ ਆ ਔਰ ਅੱਗੇ ਤੋਂ ਵੀ ਰਹਿਣਗੇ। ਇਹਨਾਂ ਲਿਖਣ ਨਾਲ ਜਾਂ ਕੁਝ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਨਾਲ ਸਾਡੇ ਸਮਾਜ ਨੂੰ, ਅਸੀਂ ਸਾਰੇ ਇਕੱਠੇ ਆ, ਸਾਰਾ ਪੰਜਾਬ, ਸਾਰਾ ਹਿੰਦੁਸਤਾਨ, ਸਾਰਾ ਭਾਈਚਾਰਾ ਇਕੱਠਾ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਰਹਿੰਦਾ ਹੈ। ਇਹ ਕਿ ਸ਼ਰਾਰਤੀ ਅਨਸਰ ਇਹਦਾ ਫਾਇਦਾ ਉਠਾ ਕੇ ਲੱਗ ਜਾਂਦੇ ਆ। ਪੜਤਾਲ ਕਰ ਰਹੇ ਅਸੀਂ ਇਹਦੇ ਬਾਰੇ, ਜਿਹੜਾ ਵੀ ਕੋਈ ਸਾਹਮਣੇ ਆਊਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਾਂਗੇ। ਖਬਰ ਅੰਮ੍ਰਿਤਸਰ ਤੋਂ ਹੈ, ਜਿੱਥੇ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ, ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ। ਇੱਕ ਬਜ਼ੁਰਗ ਦੇ ਨਾਲ ਕੁੱਟਮਾਰ ਕੀਤੀ ਗਈ ਹੈ। 6 ਲੋਕਾਂ ਨੇ ਬੁਰੀ ਤਰ੍ਹਾਂ ਇਸ ਬਜ਼ੁਰਗ ਦੇ ਨਾਲ ਕੁੱਟਮਾਰ ਕੀਤੀ। ਸਕੂਟਰ ਹਟਾਉਣ ਨੂੰ ਲੈ ਕੇ ਪੂਰਾ ਵਿਵਾਦ ਹੋਇਆ ਸੀ। ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਉੱਥੇ ਚੁੱਕੇ ਜਾ ਰਹੇ ਨੇ। ਖੈਰ, ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ। ਇੱਕ ਦੁਕਾਨ ਦੇ ਬਾਹਰ ਇਹ ਪੂਰਾ ਵਿਵਾਦ ਸ਼ੁਰੂ ਹੁੰਦਾ ਹੈ, ਦੁਕਾਨ ਦੀ ਦਹਿਲੀਜ਼ ਤੱਕ ਪਹੁੰਚ ਜਾਂਦਾ ਹੈ। ਇੱਕ ਬਜ਼ੁਰਗ ਦੇ ਨਾਲ ਕੁੱਟਮਾਰ ਹੋ ਰਹੀ ਹੈ, ਕਈ ਲੋਕ ਉੱਥੇ ਨਜ਼ਰ ਆ ਰਹੇ ਨੇ ਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਇਸ ਕਰਕੇ ਸਵਾਲ ਚੁੱਕੇ ਜਾ ਰਹੇ ਨੇ ਕਿ ਕਾਰਵਾਈ ਨਹੀਂ ਕੀਤੀ। ਪੁਲਿਸ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਇਸ ਬਜ਼ੁਰਗ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਦੁਕਾਨ ਦੇ ਅੰਦਰ ਵੀ ਹੁੰਦੀ ਰਹੀ। 2 ਸ਼ਖਸ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਸੀ ਤੇ ਇਸ ਵਿਚਾਲੇ ਕੁਝ ਲੋਕ ਉੱਥੇ ਮੌਜੂਦ ਸੀ, ਉਹਨਾਂ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਗਈ। ਖੈਰ, 6 ਲੋਕਾਂ ਦੇ ਉੱਤੇ ਇਲਜ਼ਾਮ ਜ਼ਰੂਰ ਲੱਗ ਰਹੇ ਨੇ ਕਿ ਉਹਨਾਂ ਦੇ ਵੱਲੋਂ ਇਹ ਪੂਰੀ ਕੁੱਟਮਾਰ ਕੀਤੀ ਗਈ ਹੈ। ਇੱਕ ਸ਼ਖਸ ਜੋ ਨੀਲੀ ਪਗੜੀ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੈ, ਉਸ ਦੇ ਨਾਲ ਕੁੱਟਮਾਰ ਹੁੰਦੀ ਹੈ। ਇੱਕ ਸ਼ਖਸ ਦੂਜੇ ਪਾਸੇ ਹੈ, ਖਿੱਚਤੂ ਹੋ ਰਹੀ ਹੈ ਜ਼ਬਰਦਸਤ ਤਰੀਕੇ ਨਾਲ। ਅੰਮ੍ਰਿਤਸਰ ਦੀਆਂ ਪੂਰੀਆਂ ਤਸਵੀਰਾਂ ਨੇ। ਬਜ਼ੁਰਗ ਨਾਲ ਕੁੱਟਮਾਰ ਹੋਈ। ਪੁਲਿਸ ਪੂਰੇ ਮਾਮਲੇ 'ਚ ਜਾਂਚ ਜ਼ਰੂਰ ਕਰ ਰਹੀ ਹੈ।